दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਕੱਲ ਆਪਾਂ ਈਮੇਲ ਪੜ੍ਹੀ ਸੀ ਬੀਬੀ ਅਮਨ ਫਿਰ ਮੈਂ ਇੰਟਰਪਟ ਕਰਦਾ ਹਾਂ। ਇਸ ਸੈਕਸ਼ਨ ਦੇ ਉੱਤੇ ਦੋ ਤਿੰਨ ਕਮੈਂਟ ਨੇ ਮੁੱਖ ਤੌਰ ਤੇ ਹਸਨ ਪੱਟੀ ਰਾਣਾ ਜੀ ਦੇ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਵੀ ਆਰ ਵਿਦ ਯੂ, ਔਰ ਫਿਰ ਉਹਨਾਂ ਨੇ ਕਿਹਾ ਆਈ ਵਿਸ਼ ਆਈ ਹੈਡ ਅ ਰੋਲ ਇਨ ਪਾਲਿਸੀ ਮੇਕਿੰਗ। ਇਟਸ ਟਾਈਮ ਫॉर ਪਾਕਿਸਤਾਨ ਟੂ ਸਟੈਂਡ ਬਾਈ ਦ oppressed Sikhs in India as a matter of policy. We should support and help Sikhs to liberate their land, which is illegally occupied by India. We have a defined policy for Kashmir. It's the need of the hour to encompass Indian-held Punjab in our policy as well. So, ਉਹਨਾਂ ਨੇ ਕਿਹਾ ਵੀ ਅਸੀਂ ਜੇ ਮੇਰਾ ਕੋਈ ਰੋਲ ਹੁੰਦਾ ਤੇ ਹੁਣ ਉਹ ਵਕਤ ਆ ਗਿਆ ਕਿ ਪਾਕਿਸਤਾਨ ਦੱਬੇ ਹੋਏ ਜਿਹੜੇ ਹੈ ਜ਼ੁਲਮ ਦਾ ਸ਼ਿਕਾਰ ਸਿੱਖਾਂ ਦੇ ਲਈ ਨੀਤੀ ਬਣਾਏ, ਔਰ ਸਾਨੂੰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਪੂਰੀ ਤਰ੍ਹਾਂ ਉਹਨਾਂ ਦੀ ਮਦਦ ਤੇ ਆਉਣਾ ਚਾਹੀਦਾ ਤਾਂ ਕਿ ਉਹ ਆਪਣੇ ਹੋਮਲੈਂਡ ਨੂੰ, ਜਿਸ ਨੂੰ ਕਿ ਭਾਰਤ ਨੇ ਕਬਜ਼ੇ ਹੇਠ ਰੱਖਿਆ, ਆਜ਼ਾਦ ਕਰਵਾ ਸਕਣ। ਸਾਡੀ ਕਸ਼ਮੀਰ ਸੰਬੰਧੀ ਇੱਕ ਨਿਸ਼ਚਿਤ ਨੀਤੀ ਹੈ, ਪਰ ਹੁਣ ਸਾਨੂੰ ਇਸ ਨੀਤੀ ਨੂੰ ਹੋਰ ਜਿਹੜਾ ਉਹ ਵਿਸ਼ਾਲ ਕਰਕੇ ਭਾਰਤੀ ਕਬਜ਼ੇ ਵੇਲੇ ਪੰਜਾਬ 'ਚ ਵੀ ਇਸ ਨੀਤੀ ਨੂੰ ਲਾਗੂ ਕਰਨਾ ਚਾਹੀਦਾ। ਸੋ ਅਸੀਂ ਹਸਨ ਪੱਟੀ ਰਾਣਾ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਹ ਨਾ ਸਿਰਫ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ, ਦੇਖਦੇ ਨੇ, ਪਰ ਉਹਨਾਂ ਨੇ ਬੜਾ ਡੈਫੀਨਿਟ ਜਿਹੜਾ ਕੋਈ ਇਫ ਐਂਡ ਬਟ ਨਹੀਂ ਹੈ, ਕੋਈ ਭੁਲੇਖਾ ਨਹੀਂ ਹੈ ਕਿ ਪਾਕਿਸਤਾਨ ਦੀ ਕੀ ਨੀਤੀ ਹੋਣੀ ਚਾਹੀਦੀ ਖਾਲਿਸਤਾਨ ਪ੍ਰਤੀ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ। ਜੀ ਡਾਕਟਰ ਸਾਹਿਬ, ਆਪਾਂ ਕੱਲ ਬੀਬੀ ਅਮਨਜੋਤ ਕੌਰ ਜੀ ਦੀ ਲਿਖਤ ਪੜ੍ਹੀ ਸੀ ਜਿਸ ਵਿੱਚ ਉਹਨਾਂ ਨੇ ਕਾਫੀ ਗੰਭੀਰ ਨੁਕਤੇ ਉਠਾਏ ਨੇ, ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਸੰਭਵ ਮੈਂ ਲਿਖਤ ਅੱਜ ਨਾਲ ਤਾਂ ਨਹੀਂ ਲਿਆ ਸਕਿਆ, ਪਰ ਜਿੰਨਾ ਕੱਲ ਦੇ ਤੁਹਾਡੇ ਪੜ੍ਹਨ ਜਾਂ ਓਵਰਆਲ ਟੌਪਿਕ ਤੋਂ ਮੈਨੂੰ ਅੰਦਾਜ਼ਾ ਹੈ ਉਹਨਾਂ ਨੇ ਬਹੁਤ ਸਾਰੇ ਇਹ ਸ਼ਿਕਵੇ ਕੀਤੇ ਸਨ ਕਿ ਭਾਰਤ ਦੇ ਦੂਸਰੇ ਸੂਬਿਆਂ ਚੋਂ ਜਿਹੜੇ ਸਿੱਖ ਨਵੰਬਰ 84 ਤੋਂ ਬਾਅਦ ਆਏ ਉਹਨਾਂ ਨੇ ਜੋ ਕੁਛ ਐਕਸਪੀਰੀਅੰਸ ਕੀਤਾ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਈਵਨ ਗੈਰਾਜ ਦੇ ਵਿੱਚ ਕਿਰਾਏ ਤੇ ਵੀ ਨਹੀਂ ਰਹਿਣ ਲਈ ਦਿੱਤਾ ਗਿਆ, ਜਾਂ ਉਹਨਾਂ ਦੇ ਲਈ ਜਿਹੜੇ ਨੇ ਕੁਛ ਇਸ ਕਿਸਮ ਦੇ ਕਬੂਲ ਰੱਖੇ ਗਏ। ਉਹਨਾਂ ਦੇ ਬੱਚੇ ਬੱਚੀਆਂ ਨੂੰ ਸਕੂਲਾਂ 'ਚ ਜ਼ਾਤ ਪਿੰਡ ਪੁੱਛਿਆ ਜਾਂਦਾ ਸੀ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਾਹਰੋਂ ਈਵਨ ਅੰਮ੍ਰਿਤਧਾਰੀ ਵੀ ਉੱਥੇ ਜਾਂਦੇ ਨੇ ਜਾਂ ਉਹ ਵਿਆਹ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਡਿਫਰੈਂਟਲੀ ਦੇਖਿਆ ਜਾਂਦਾ ਹੈ, ਕਿਉਂਕਿ ਸੱਭਿਆਚਾਰ, ਬੋਲੀ, ਵਰਤਨ ਵਰਤਾਨ ਦਾ ਢੰਗ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਜਿਹੜੇ ਬੰਬਈ ਜਾਂ ਦੂਸਰੀਆਂ ਥਾਵਾਂ ਤੋਂ ਆਏ ਨੇ, ਕਾਨਪੁਰ ਦਾ ਵੀ ਉਹਨਾਂ ਜ਼ਿਕਰ ਕੀਤਾ ਸੀ, ਉਹ ਤਾਂ ਬਹੁਤ ਐਡਵਾਂਸਡ ਨੇ, ਔਰ ਉੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਵੀ ਉਹ ਬਹੁਤ ਪਿਛੜੇ ਹੋਏ ਲੋਕ ਨੇ ਪੰਜਾਬ ਦੇ। ਫਿਰ ਉਹਨਾਂ ਨੇ ਈਵਨ ਡਾਇਸਪੋਰਾ ਸਿੱਖਾਂ ਤੇ ਵੀ ਗਿਲਾ ਕੀਤਾ ਹੈ ਕਿ ਜਦੋਂ ਉਹ ਸਿੱਖਾਂ ਦੀ ਗੱਲ ਕਰਦੇ ਨੇ ਉਹ ਸਿਰਫ ਪੰਜਾਬ ਤੱਕ ਮਹਿਦੂਦ ਨੇ, ਔਰ ਉਹਨਾਂ ਦੀ ਲਿਖਤ ਦਾ ਕਨਕਲੂਜਨ ਇਹ ਸੀ ਕਿ ਕੀ ਪੰਜਾਬ ਜਿਹੜਾ ਖਾਲਿਸਤਾਨ ਹੈ ਇਹ ਇੱਕ ਜੱਟਸਤਾਨ ਹੋਏਗਾ ਔਰ ਇਹਦੇ 'ਚ ਕੋਈ ਬਾਕੀਆਂ ਦੇ ਲਈ ਨਹੀਂ ਹੈ, ਔਰ ਜੇ ਅਸੀਂ ਬਾਕੀਆਂ ਨੂੰ ਕੰਫਰਟੇਬਲ ਮਹਿਸੂਸ ਨਹੀਂ ਕਰਵਾਉਂਦੇ ਤੇ ਉਹ ਕਿਵੇਂ ਜੁੜਨਗੇ। ਦੇਖੋ, ਕਿਉਂਕਿ ਉਹਨਾਂ ਨੇ ਜਿਹੜਾ ਈਵਨ ਇੱਕ ਜਿਹੜੀ ਕਾਲੋਨੀ ਦਾ ਜ਼ਿਕਰ ਕੀਤਾ ਵੀ ਜਿਸ ਸ਼ਹਿਰ 'ਚ ਮੈਂ ਰਹਿੰਦੀ ਹਾਂ, ਜ਼ਾਹਰ ਹੈ ਮੈਨੂੰ ਲੱਗਦਾ ਵੀ ਲੁਧਿਆਣੇ ਦਾ ਜ਼ਿਕਰ ਹੋਏਗਾ, ਜਿੱਥੇ ਵੱਡੀ ਗਿਣਤੀ 'ਚ ਨਵੰਬਰ 84 ਦੀ ਨਸਲਕੁਸ਼ੀ ਦਾ ਸ਼ਿਕਾਰ ਜਿਹੜੇ ਪਰਿਵਾਰ ਰਹਿੰਦੇ ਨੇ। ਔਰ ਇਹ ਵੀ ਠੀਕ ਹੈ, ਉਹਨਾਂ ਨੇ ਉਹਦੇ 'ਚ ਇਹ ਕਿਹਾ ਵੀ ਸੀ ਕਿ ਕੁਝ ਲੋਕਾਂ ਨੇ ਨਾਜਾਇਜ਼ ਤਰੀਕੇ ਦੇ ਨਾਲ ਵੀ ਮੁਆਵਜ਼ੇ ਲਏ ਨੇ, ਉਹਨਾਂ ਪ੍ਰਤੀ ਉਹਨਾਂ ਨੇ ਵੀ ਤਿਰਸਕਾਰ ਭਾਵਨਾ ਹੀ ਪ੍ਰਗਟ ਕੀਤੀ ਸੀ। ਦੇਖੋ, ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਮੂਲ ਤੌਰ ਦੇ ਉੱਤੇ ਜਦੋਂ ਅਸੀਂ ਵਿਆਹ ਸ਼ਾਦੀਆਂ, ਰਿਸ਼ਤੇ ਨਾਤਿਆਂ ਜਾਂ ਈਵਨ ਵਰਤੋਂ ਵਿਹਾਰ ਇਹ ਸਾਰੇ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਬਿਲਟ ਇਨ ਨਹੀਂ ਹੁੰਦੀ। ਇਹ ਕਈ ਵਾਰੀ ਤੁਹਾਡਾ ਕੰਫਰਟ ਜ਼ੋਨ ਵੀ ਹੁੰਦਾ ਹੈ, ਔਰ ਈਵਨ ਹੁਣ ਤੋਂ 25-30 ਸਾਲ ਪਹਿਲਾਂ ਤੱਕ ਵੀ ਹੁਣ ਜਿਹੜੇ ਰੀਜਨ ਪੰਜਾਬ ਦੇ 3 ਮੇਨ ਨੇ, ਮਾਝਾ ਹੈ, ਅੰਮ੍ਰਿਤਸਰ ਹੈ, ਗੁਰਦਾਸਪੁਰ ਹੈ, ਇਸੇ ਤਰ੍ਹਾਂ ਦੁਆਬਾ ਹੈ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਫਿਰ ਮਾਲਵਾ ਹੈ, ਲੁਧਿਆਣਾ ਦੂਸਰੇ ਤੀਸਰੇ ਪੱਖ ਤੋਂ। ਸੋ ਮਾਝੇ ਵਾਲੇ ਜਿਹੜੇ ਨੇ ਉਹ ਦੁਆਬੇ 'ਚ ਵਿਆਹ ਸ਼ਾਦੀਆਂ ਨਹੀਂ ਸੀ ਕਰਦੇ ਆਪਣੀਆਂ ਬੱਚੀਆਂ ਜਾਂ ਮੁੰਡੇ ਕੁੜੀਆਂ ਦਾ, ਦੁਆਬੇ ਵਾਲੇ ਮਾਝੇ 'ਚ ਨਹੀਂ ਸੀ, ਮਾਲਵੇ ਤੱਕ ਪਹੁੰਚਦਿਆਂ ਤਾਂ ਬਿਲਕੁਲ ਹੀ ਨਹੀਂ ਸੀ ਹੁੰਦਾ। ਔਰ ਮੈਂ ਉਹ ਸ਼ਬਦ ਦੁਹਰਾਉਣਾ ਨਹੀਂ ਚਾਹੁੰਦਾ ਜਿਹੜੇ ਕਿ ਇੱਕ ਦੂਸਰੇ ਖਿੱਤੇ ਬਾਰੇ ਵੀ ਇਸਤੇਮਾਲ ਕੀਤੇ ਜਾਂਦੇ। ਸੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਮਾਝੇ ਵਾਲੇ ਘੱਟ ਸਿੱਖ ਨੇ ਜਾਂ ਦੁਆਬੇ ਵਾਲੇ ਘੱਟ ਨੇ ਜਾਂ ਮਾਲਵੇ ਵਾਲੇ ਘੱਟ ਨੇ। ਇਹ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਉਸ ਰਹਿਣ ਸਹਿਣ ਦੇ ਨਾਲ
ਔਰ ਈਵਨ ਫੌਜ ਦੇ ਵਿੱਚ ਵੀ ਮੈਨੂੰ ਇੱਕ ਫੌਜੀ ਆਫੀਸਰ ਦੱਸਦੇ ਸੀ ਕਿ ਭਾਈ ਇਲਾਕਾ ਵਾਈਜ਼ ਇਹ ਹੁੰਦਾ ਹੈ ਵੀ ਜਿਹੜੇ ਆਪਣੇ ਉਹਨੂੰ ਅਸੀਂ ਗਰਾਈ ਕਹਿੰਦੇ ਆ ਜੀ, ਆ ਗਿਆ ਮੇਰਾ ਗਰਾਈ। ਸੋ ਇਸੇ ਤਰ੍ਹਾਂ ਬੇਸ਼ੱਕ ਜ਼ਾਤ ਗੋਤ ਦਾ ਕੋਈ ਸਬੰਧ ਨਹੀਂ ਹੈ, ਪਰ ਕਿਉਂਕਿ ਗੋਤਾਂ ਤੁਰੀਆਂ ਆਉਂਦੀਆਂ ਨੇ ਤੇ ਬਹੁਤ ਵਾਰੀ ਇਹ ਹੋਏਗਾ ਜੀ ਉਹ ਮੇਰਾ ਗੋਤੀ ਭਰਾ ਹੈ। ਔਰ ਇਹ ਕੱਲੀ ਗੱਲ ਇੱਥੋਂ ਤੱਕ ਨਹੀਂ ਮਹਿਦੂਦ ਹੁੰਦੀ ਕਿ ਪੰਜਾਬ ਸਿੱਖਾਂ 'ਚ ਹੁੰਦੀ ਹੈ। ਹੁਣ ਦੂਸਰੇ ਪਾਸੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਗੋਤਾਂ ਕਾਮਨ ਨੇ, ਚੀਮੇ, ਬਾਜਵੇ, ਵੜੈਚ, ਦੂਸਰੇ, ਉਹ ਜਦੋਂ ਇੱਥੋਂ ਜਾਂਦੇ ਆ ਕੋਈ ਜਾਂਦਾ ਉਹਨਾਂ ਨੂੰ ਐਕਸਟਰਾ ਉੱਭ ਕੇ ਮਿਲਦੇ ਨੇ, ਲਓ ਜੀ ਮੇਰਾ ਵੜੈਚ ਭਰਾ ਆ ਗਿਆ। ਸੋ ਹੁਣ ਇਹਨੂੰ ਤੁਸੀਂ ਇੱਕ ਆਰਗੂਮੈਂਟ ਬਣਾ ਕੇ ਇਸਤੇਮਾਲ ਕਰੋ ਕਿ ਜੀ ਇਹ ਖਾਲਿਸਤਾਨ ਦੇ ਵਿੱਚ ਵੀ ਇਹ ਨਹੀਂ ਹੈ। ਇਹ ਕੁਛ ਨਾ ਕੁਛ ਪਾਰਟ ਹਮੇਸ਼ਾ ਜਿੱਥੇ ਸਾਨੂੰ ਇੱਕ ਸਨੇਹ ਲਾਈਨ ਹੁੰਦੀ ਹੈ ਉਹ ਥੋੜੀ ਬਹੁਤ ਰਹਿੰਦੀ ਹੈ। ਬਾਕੀ ਨਵੰਬਰ 84 ਨਾਲ ਸੰਬੰਧਿਤ, ਕਿਉਂਕਿ ਉਸ ਪੀਰੀਅਡ 'ਚ ਮੈਂ ਵੀ ਪੰਜਾਬ ਦੇ ਵਿੱਚ ਉਹ ਵਕਤ ਗੁਜ਼ਾਰਿਆ, ਇਮੀਡੀਏਟ ਬਾਅਦ ਨਵੰਬਰ 84 ਤੋਂ ਦਿੱਲੀ ਜਿੱਥੇ ਜਿੱਥੇ ਉਹ ਪੀੜਤ ਪਰਿਵਾਰ ਸਨ, ਔਰ ਈਵਨ ਉਦੋਂ ਵੱਡੇ ਕੈਂਪ ਅਜੇ ਗੁਰਦੁਆਰਾ ਰਕਾਬਗੰਜ, ਬੰਗਲਾ ਸਾਹਿਬ, ਮੈਂ ਉੱਥੇ ਵੀ ਵਿਜ਼ਿਟ ਕੀਤੇ। ਪਰਿਵਾਰਾਂ ਦੀ ਦੇਖ ਰੇਖ ਵਾਲੇ ਜਿਹੜੇ ਪਾਰਟ ਸੀ ਉਹਨਾਂ ਸੰਸਥਾਵਾਂ ਨਾਲ ਵੀ ਥੋੜਾ ਬਹੁਤ ਸੰਬੰਧ ਰੱਖਿਆ ਜੀ। ਸੋ ਇਹ ਇੱਕ ਪਾਸਿਓਂ ਬਲੇਮ ਗੇਮ ਨਹੀਂ ਹੈ। ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨੇ ਵਿਦ ਓਪਨ ਆਰਮਸ ਵੈਲਕਮ ਕੀਤਾ। ਕੋਈ ਖਾਣ ਪਾਣ, ਕੋਈ ਜਿਹੜੀ ਸਰਦੀਆਂ 'ਚ ਦੂਸਰੇ ਦੇ ਨਾ ਕੱਪੜਿਆਂ ਦੀ ਕਮੀ ਸੀ, ਬਹੁਤ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਰੱਖਿਆ, ਕਈ ਹਫ਼ਤੇ, ਕਈ ਮਹੀਨੇ। ਹਾਂ, ਕਾਰੋਬਾਰ ਦੇ ਲਿਹਾਜ਼ ਨਾਲ ਇਹ ਗੱਲ, ਕਿਉਂਕਿ ਜਿਹੜੇ ਬਾਹਰੋਂ ਸਿੱਖ ਆਏ ਮੋਸਟਲੀ ਕਾਰੋਬਾਰੀ ਸਨ। ਪੰਜਾਬ ਦੇ ਵਿੱਚ ਜਿਹੜੇ ਸ਼ਹਿਰੀ ਹਿੰਦੂ ਨੇ, ਕਾਰੋਬਾਰ ਉਹਨਾਂ ਦੇ ਕੋਲ ਹੈ ਪੰਜਾਬੀ ਹਿੰਦੂਆਂ ਦੇ, ਉਹ ਜਿਸ ਵੀ ਫੀਲਡ 'ਚੋਂ ਉਹ ਸਿੱਖ ਆਏ, ਜ਼ਾਹਰ ਹੈ ਉਹ ਵੱਡਾ ਕਾਰੋਬਾਰ ਸੀ ਉਹਨਾਂ ਦਾ। ਇੱਥੇ ਇਹਨਾਂ ਨੇ, ਕਿਉਂਕਿ ਉਹ ਇੱਕ ਐਸਾ ਪੀਰੀਅਡ ਸੀ ਕਿ ਪੰਜਾਬੀ ਹਿੰਦੂ ਪੂਰੀ ਤਰ੍ਹਾਂ ਦਿੱਲੀ ਸਰਕਾਰ ਦੇ ਨਾਲ ਰਲਿਆ ਹੋਇਆ ਸੀ, ਉਹਨਾਂ ਨੇ ਬਿਲਕੁਲ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਔਰ ਇਹ ਗੱਲ, ਕਿਉਂਕਿ ਕਾਨਪੁਰ ਤੋਂ ਹੀ 2 ਸਿੱਖ ਵਪਾਰੀ ਜਿਨ੍ਹਾਂ ਨੂੰ ਜਲੰਧਰ ਮਾਡਲ ਟਾਊਨ ਮੈਂ ਇੱਕ ਪਰਿਵਾਰ ਦੇ ਨਾਲ ਠਹਿਰਾਇਆ ਸੀ, ਇਹ ਉਹਨਾਂ ਨੇ ਵੀ, ਔਰ ਉਹਨਾਂ ਦੇ ਹਾਲਾਂਕਿ ਜਿਸ ਪਰਿਵਾਰ ਦੇ ਕੋਲੋਂ ਰੁਕੇ ਉਹਨਾਂ ਦਾ ਉਹ ਇੰਡਸਟਰੀਅਲ ਪ੍ਰਮੋਸ਼ਨ ਆਫੀਸਰ ਸਨ, ਉੱਥੇ ਇੰਡਸਟਰੀ ਉਹਨਾਂ ਦੇ ਸੀ ਚਾਰਜ ਦੇ ਥੱਲੇ, ਲੇਕਿਨ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਗਏ। ਕਿਉਂਕਿ ਇਹ ਐਨ ਬਲਾਕ ਜਿਹੜਾ ਉਹਨਾਂ ਨੂੰ ਸੀ, ਕਿਉਂਕਿ ਪੰਜਾਬੀ ਹਿੰਦੂਆਂ ਨੂੰ ਲੱਗਦਾ ਸੀ ਕਿ ਇਹ ਸਿੱਖ ਜਿਹੜੇ ਨੇ ਇਹ ਸਾਡਾ ਕਾਰੋਬਾਰ ਖੋਣਗੇ, ਔਰ ਇੱਕ ਪਾਸੇ ਨਫ਼ਰਤ ਵੀ ਸੀ। ਔਰ ਦੂਸਰੇ ਪਾਸੇ ਇਕੱਲਾ ਇਹੀ ਨਹੀਂ, ਇਹ ਠੀਕ ਹੈ ਕਿ ਜਿੱਥੇ ਤੁਸੀਂ ਕੋਈ ਵੀ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਜਾਂਦਾ ਹੈ ਉਹਦੇ ਲਈ ਪਰੇਸ਼ਾਨੀਆਂ ਹੁੰਦੀਆਂ, ਕਲਚਰਲ ਡਿਫਰੈਂਸ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਕਲਚਰਲ ਡਿਫਰੈਂਸ ਦਾ ਹਾਲ ਇਹ ਹੈ ਵੀ ਜਲੰਧਰ 'ਚ ਹੀ ਬੱਸ ਸਟੈਂਡ ਦੇ ਨੇੜੇ ਮੋਤਾ ਸਿੰਘ ਨਗਰ 'ਚ ਇੱਕ ਪਰਿਵਾਰ ਨੂੰ ਠਹਿਰਾਇਆ ਗਿਆ, ਔਰ ਉਹ 2 ਹਫ਼ਤੇ ਬਾਅਦ ਉਹ ਬੀਬੀ ਪੁੱਛੇ ਵੀ ਬਿਊਟੀ ਪਾਰਲਰ ਕਿੱਥੇ ਹੈ ਜੀ, ਤੇ ਉਹ ਜਿਹੜੇ ਭਾਈ ਸਾਹਿਬ ਸਨ ਉਹ ਸ਼ਾਮ ਨੂੰ ਪਾਨ ਚੱਬਦੇ ਆਇਆ ਕਰਨ ਘਰ ਨੂੰ। ਉਹ ਹੁਣ ਗੁਰਸਿੱਖ ਪਰਿਵਾਰ ਸੀ, ਉਹਨਾਂ ਨੇ ਕਿਹਾ ਜੀ ਵੀ ਮਤਲਬ ਅਸੀਂ ਤਾਂ ਸਮਝਦੇ ਸੀ ਕਿ ਵੀ ਇਹ ਪੀੜਤ ਜਾਂ ਦੂਜੇ ਨੇ ਤੇ ਇਹ ਉਸ ਕਿਸਮ ਦਾ ਹੀ ਜੀਵਨ ਇੱਥੇ ਵੀ ਜਿਹੜਾ ਹੈ ਉਹ ਕਰ। ਸੋ ਕਹਿਣ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਐਵੇਂ ਸੀ ਜਾਂ ਉਹਨਾਂ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਈ ਹੋਏਗੀ, ਲੇਕਿਨ ਇਹ ਵੀ ਇੱਕ ਹਿੱਸਾ ਹੈ, ਜ਼ਾਹਰ ਹੈ ਕੁਝ ਚੀਜ਼ਾਂ ਕਲਚਰਲ ਡਿਫਰੈਂਸ ਹੁੰਦਾ। ਔਰ ਜਿਹੜੇ ਬਾਹਰ ਸਿੱਖ ਰਹਿੰਦੇ ਨੇ ਜ਼ਿਆਦਾ ਖੁਸ਼ਹਾਲ ਨੇ ਕਈ ਮਾਮਲਿਆਂ 'ਚ, ਸੰਭਵ ਹੈ। ਜਿਹੜਾ ਦੂਸਰਾ ਪਾਰਟ, ਕਿਉਂਕਿ ਖੇਤੀਬਾੜੀ ਵਾਲੇ ਸਿੱਖ ਤਾਂ ਹੈ ਨਹੀਂ ਸੀ, ਪਿੰਡੂ ਸਿੱਖਾਂ ਨੇ ਤਾਂ ਉਹਨਾਂ ਨੂੰ ਆਊਟ ਆਫ ਦਾ ਵੇ ਜਾ ਕੇ ਵੀ ਆ ਕੇ ਜੇ ਮੈਕਸਿਮਮ ਸਪਲਾਈ ਲਾਈਨ ਹੈ, ਫੂਡ ਹੈ, ਕੱਪੜੇ ਨੇ, ਦੂਸਰੀਆਂ ਲੋੜੀਂਦੀਆਂ ਚੀਜ਼ਾਂ ਨੇ, ਫੰਡਸ ਨੇ, ਮੈਂ ਨਹੀਂ ਸਮਝਦਾ ਵੀ ਸਾਨੂੰ ਇਸ ਕਿਸਮ ਦਾ। ਹਾਂ, ਜੇ ਅੱਜ ਇਹ ਲੱਗਦਾ ਜਿਵੇਂ ਉਹਨਾਂ ਨੇ ਪਹਿਲਾਂ ਵੀ ਆਪਣੀਆਂ ਲਿਖਤਾਂ 'ਚ ਕਿਹਾ ਸੀ ਕਿ ਬਾਹਰਲਿਆਂ ਦੀਆਂ ਖਬਰਾਂ ਨਹੀਂ ਲੱਗਦੀਆਂ, ਮੈਂ ਇਸ ਗੱਲ ਨੂੰ ਘੱਟੋ ਘੱਟ ਆਪਣੇ ਤੌਰ ਤੇ ਹੁਣ ਐਕਸਟਰਾ ਮਾਈਲ ਜਾ ਕੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਕੋਈ ਵੀ ਜਾਣਕਾਰੀ, ਭਾਵੇਂ ਕਈ ਵਾਰੀ ਉਹ ਕਨਫਰਮ ਨਹੀਂ ਵੀ ਹੋਈ ਹੁੰਦੀ, ਅਸੀਂ ਉਸ ਨੂੰ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਆਰਗੂਮੈਂਟ ਜਿਹੜਾ ਇਹਨੂੰ ਖਾਲਿਸਤਾਨ ਦੇ ਅਗੇਂਸਟ ਨਹੀਂ ਵਰਤਣਾ ਚਾਹੀਦਾ ਕਿ ਜੀ, ਕਿਉਂਕਿ ਇਹ ਥੋੜਾ ਬਹੁਤ ਫਰਕ ਰਹਿੰਦਾ ਹੁੰਦਾ ਹੈ, ਪਰਿਵਾਰਾਂ 'ਚ ਵੀ ਹੁੰਦਾ ਹੈ, ਕੁਨਬਿਆਂ 'ਚ ਵੀ ਹੁੰਦਾ ਹੈ, ਇਲਾਕਿਆਂ 'ਚ ਵੀ ਹੁੰਦਾ ਹੈ, ਹਰ ਇਲਾਕੇ ਦਾ ਥੋੜਾ ਬਹੁਤ ਇੱਕ ਆਪਣਾ ਸੱਭਿਆਚਾਰ ਹੁੰਦਾ, ਲੇਕਿਨ ਕੁੱਲ ਮਿਲਾ ਕੇ ਸਾਡੇ ਲਈ ਜਿਹੜੀ 30 ਮਿਲੀਅਨ ਸਿੱਖ ਕੌਮ ਦੀ ਟੁਗੈਦਰਨੈਸ ਹੈ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਔਰ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਇਹ ਸਾਡੀ ਭਾਵਨਾ ਰਹਿਣੀ ਚਾਹੀਦੀ ਹੈ। ਔਰ ਜੇ ਉਹਨਾਂ ਦਾ ਜਿਹੜਾ ਪੱਤਰ ਹੈ, ਲਿਖਤ ਹੈ, ਉਸ ਦਾ ਹਿੱਸਾ ਰਹਿੰਦਾ ਹੈ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਡਿਸਕਸ ਕਰਾਂਗੇ ਜੀ ਡਾਕਟਰ ਸਾਹਿਬ, ਅਖੀਰਲੇ ਪਲਾਂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੀ ਬਾਣੀ ਗਾਥਾ ਦੇ 2 ਸ਼ਲੋਕ ਚੁਣੇ ਨੇ। ਪਹਿਲਾ ਸ਼ਲੋਕ ਹੈ, ਸੁਮੰਤਰ ਸਾਧ ਬਚਨਾ
ਕੋਟ ਦੋਖ ਬਿਨਾਸਨੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣੈ। ਇਸ ਦੇ ਵਿੱਚ ਗੁਰਮੁਖਾਂ ਦੀ ਸੰਗਤ ਦੇ ਵਿੱਚ ਉਹਨਾਂ ਦੇ ਨਾਲ ਸੰਗਤ ਕਰਨਾ, ਬੋਲ ਬਾਣੀ, ਵਿਚਾਰ ਉਹਨਾਂ ਦੇ ਸੁਣਨਾ, ਇਹੀ ਅਸਲੀ ਮੰਤਰ ਹੈ। ਹੁਣ ਕਿਉਂਕਿ ਬ੍ਰਾਹਮਣਵਾਦੀਆਂ ਨੇ ਹਰ ਚੀਜ਼ ਦਾ ਮੰਤਰ ਬਣਾਇਆ ਹੋਇਆ ਸੀ ਕਿ ਜੀ ਇਸ ਮੰਤਰ ਦਾ ਜਾਪ ਕਰੋ, ਇਹ ਪ੍ਰਾਪਤੀ, ਇਹ ਮੰਤਰ ਪੜੋਗੇ ਇਸ ਚੀਜ਼ ਦੀ ਪ੍ਰਾਪਤੀ ਹੋਏਗੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜੇ ਸਾਡੇ ਅੰਦਰ ਕਰੋੜਾਂ ਔਗਣ ਨੇ, ਨੈਗੇਟਿਵਿਟੀਜ਼ ਨੇ, ਉਹਨਾਂ ਦਾ ਵਿਨਾਸ਼, ਉਹਨਾਂ ਦੀ ਡਿਸਟਰਕਸ਼ਨ ਸੁਮੰਤਰ ਸਾਧ ਬਚਨਾ, ਗੁਰਮੁਖਾਂ ਦੀ ਸੰਗਤ, ਭਲੇ ਲੋਕਾਂ ਦੇ ਬੋਲ ਬਚਨ, ਹਰ ਚਰਨ ਕਮਲ ਧਿਆਨ, ਕਮਲ ਵਰਗੇ ਵਾਹਿਗੁਰੂ ਦੇ ਚਰਨ, ਵਾਹਿਗੁਰੂ ਦਾ ਸ਼ਬਦ, ਉਸ ਦੇ ਵਿੱਚ ਧਿਆਨ ਧਰਨਾ, ਨਾਨਕ ਕੁੱਲ ਸਮੂਹ ਉਦਾਹਰਣ ਹੈ। ਪੰਜਵੇਂ ਨਾਨਕ ਕਹਿੰਦੇ ਨੇ ਕਿ ਇਸ ਦੇ ਨਾਲ ਗੁਰਮੁਖਾਂ ਦੀ ਸੰਗਤ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ, ਇਸ ਦੇ ਨਾਲ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਮਤਲਬ ਇਹ ਹੈ ਕਿ ਜਦੋਂ ਫੈਮਿਲੀ ਦੇ ਵਿੱਚ ਇਹ ਰੱਬ ਦੀ ਯਾਦ ਔਰ ਗੁਰਮੁਖਾਂ ਦੀ ਸੰਗਤ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਇਹ ਵਾਪਰਨ ਲੱਗਦਾ ਤੇ ਫਿਰ ਉਹਨਾਂ ਘਰਾਂ ਦੇ ਵਿੱਚ ਉਹੀ ਅਧਿਆਤਮ ਸਿੱਖੀ ਦਾ ਵਿਰਸਾ ਅੱਗੇ ਤੁਰਦੇ। ਦੂਸਰਾ ਸ਼ਲੋਕ ਹੈ, ਸੁੰਦਰ ਮੰਦਰ ਸੈਣੇ ਜੇਣ ਮਦ ਹਰ ਕੀਰਤਨੇ ਮੁਕਤੇ ਰਮਣ ਗੋਬਿੰਦੈ ਨਾਨਕ ਲਬਧੰਗ ਬੜ ਭਾਗਣੇ। ਜੀ ਸੁੰਦਰ ਮੰਦਰ ਸਹਿਣੇ ਜਣ ਮਦ ਹਰ ਕੀਰਤਨੇ। ਹੁਣ ਅਸੀਂ ਮੰਦਰ ਘਰ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਸੋਹਣੇ ਘਰਾਂ ਦੇ ਵਿੱਚ ਸੋਵੋ, ਜੀਓ, ਰਹੋ, ਪਰ ਉਹੀ ਘਰ ਸੋਹਣੇ ਨੇ, ਸੋਹਣੇ ਕੋਈ ਬਹੁਤ ਵੱਡਾ ਆਰਕੀਟੈਕਟ ਜਾਂ ਵੱਡੀ ਛਤੌਤ ਨਹੀਂ ਹੈ। ਕਿਹੜੇ ਘਰ ਸੋਹਣੇ ਨੇ? ਜੇਣ ਮਦ ਹਰ ਕੀਰਤਨ ਹੈ, ਕਿ ਜਿਨ੍ਹਾਂ ਘਰਾਂ ਦੇ ਅੰਦਰ ਰੱਬ ਦੀ ਕੀਰਤ ਹੁੰਦੀ ਹੈ। ਜੀ ਕਿਉਂਕਿ ਘਰ ਦੇ ਕਨਸੈਪਟ ਤੇ ਇਹ ਵੀ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਧੌਲ ਹਰ ਮਹਿਲ ਨੂੰ ਕਹਿੰਦੇ ਨੇ, ਵੱਡੇ ਘਰ ਨੂੰ, ਕਿ ਉਹ ਕੱਖਾਂ ਦੀ ਕੁੱਲੀ ਸਹੀ, ਛੱਪਰੀ ਸਹੀ, ਉਹ ਭਲੀ ਹੈ ਜਾਂ ਮੈਂ ਗੁਣ ਗਾਏ, ਜਿਹਦੇ ਚ ਵਾਹਿਗੁਰੂ ਦੀ ਕੀਰਤ ਕੀਤੀ ਜਾਂਦੀ। ਸੋ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਸੁੰਦਰ ਮੰਦਰ ਸੈਣੇ ਜੇਣ ਮਦ ਹਰ ਕੀਰਤਨੇ। ਉਹੀ ਘਰ ਸੋਹਣੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਕੀਰਤ ਹੁੰਦੀ ਹੈ, ਸਿਫਤ ਸਲਾਹ ਹੁੰਦੀ ਹੈ। ਮੁਕਤੇ ਰਮਣ ਗੋਬਿੰਦ ਹੈ, ਰਮਣ ਸਿਮਰਨ ਨੂੰ ਕਹਿੰਦੇ ਨੇ। ਜਿਹੜੇ ਰੱਬ ਦਾ ਸਿਮਰਨ ਕਰਦੇ ਨੇ, ਰੱਬ ਨੂੰ ਯਾਦ ਕਰਦੇ ਨੇ, ਉਹ ਮੁਕਤ ਨੇ, ਉਹ ਫ੍ਰੀ ਨੇ, ਉਹ ਆਜ਼ਾਦ ਨੇ। ਨਾਨਕ ਲਬਦੰਗ ਵੱਡ ਭਾਗਣੇ। ਪਰ ਪੰਜਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਇਹੋ ਜਿਹੇ ਗੁਰਮੁਖ ਜਿਹੜੇ ਕਿ ਦਿਨ ਰਾਤ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ, ਇਹ ਬੜੇ ਔਖੇ ਭਾਗਾਂ ਦੇ ਨਾਲ, ਰੱਬ ਦੀ ਬਖਸ਼ਿਸ਼ ਦੇ ਨਾਲ, ਨਾਨਕ ਲਬਦੰਗ ਵੱਡ ਭਾਗਣੇ, ਵੱਡੇ ਭਾਗ ਹੋਣ। ਤੇ ਫਿਰ ਇਹੋ ਜਿਹੇ ਮੁਕਤੇ ਰਮਣ ਗੋਬਿੰਦ ਹੈ, ਜਿਹੜੇ ਹਮੇਸ਼ਾ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ ਹੋਏ ਨੇ ਤੇ ਮੁਕਤ ਨੇ, ਆਜ਼ਾਦ ਨੇ। ਉਹ ਜੀਵਨ ਮੁਕਤ ਸ਼ਬਦ ਉਹਨਾਂ ਦੇ ਲਈ ਹੀ ਇਸਤੇਮਾਲ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਨੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਿਵਾਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।